ਧੰਨ ਧੰਨ ਸੋ ਗੁਰ ਸਿੱਖ ਕਹੀਐ, ਜੋ ਸਤਿ ਗੁਰ ਚਰਣੀ ਜਾਏ ਪਿਆ। ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਨ ਹਰਿ ਨਾਮਾ ਮੁਖ ਰਾਮ ਕਹਿਆ। ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਸ ਹਰਿ ਨਾਮ ਸੁਣਿਆ ਮਨ ਆਨੰਦ ਪਿਆ। ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰਿ ਨਾਮ ਲਿਆ। ਤਿਸ ਗੁਰ ਸਿੱਖ ਕਉ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰ ਸਿੱਖ ਚੱਲਿਆ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਨ, ਪਰਤਖ ਗੁਰੂ ਨਿਸਤਾਰੇ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਸਤਿਕਾਰ ਸਹਿਤ ਗੁਰ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ, ਪੁੱਤਰਾਂ ਦੇ ਦਾਨੀ, ਸਰਬੰਸ ਦਾਨੀ ਪਿਤਾ, ਖਾਲਸਾ ਪੰਥ ਦੇ ਸਿਰਜਣਹਾਰ ਸਤਿਗੁਰੂ ਬਾਦਸ਼ਾਹ ਦਰਵੇਸ਼ ਸਤਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਾਰੋਂ ਘਰੋਂ ਵਰਸਾਏ ਹੋਏ ਅਨੰਤ ਬਖਸ਼ਿਸ਼ਾਂ ਨਾਲ ਨਿਵਾਜੇ ਹੋਏ ਪੂਰਨ ਗੁਰਸਿੱਖ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ, ਤਿਨਾਂ ਦੀ ਪਾਵਨ ਯਾਦ ਅੰਦਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਅਤੇ ਬਾਬਾ ਜੀਵਨ ਸਿੰਘ ਨਗਰ ਵਲਟੋਆ ਅਤੇ ਹੋਰ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੀ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਦੂਸਰੇ ਦਿਨ ਦੇ ਇਹ ਸੁੰਦਰ ਦੀਵਾਨ ਸਜੇ ਨੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਬੈਠਣ ਦਾ ਸੁਭਾਗ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਦਾਸ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਇਸੇ ਹੀ ਨਗਰ ਦੇ ਮਹਾਨ ਕਵੀਸ਼ਰ ਗਿਆਨੀ ਲਾਲ ਸਿੰਘ ਜੀ ਅਤੇ ਉਹਨਾਂ ਦਾ ਸਾਥ ਦੇ ਰਹੇ ਸਨ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਭਾਈ ਸੇਵਾ ਸਿੰਘ ਜੀ, ਨਾਮਧਾਰੀ ਜਥਾ। ਬੜੇ ਪਿਆਰ ਨਾਲ ਆਪਾਂ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਮਾਤਾ ਅਜੀਤ ਕੌਰ ਜੀ, ਜਿਨ੍ਹਾਂ ਨੂੰ ਮਾਤਾ ਜੀਤਾਂ ਜੀ ਵੀ ਕਿਹਾ ਜਾਂਦਾ ਹੈ, ਤਿਨਾਂ ਦੇ ਜੀਵਨ ਦੀ ਕਥਾ ਇਤਿਹਾਸ ਸਾਨੂੰ ਸਰਵਣ ਕਰਵਾ ਕੇ ਗਏ ਨੇ ਕਿ ਕਿਵੇਂ ਮਾਤਾ ਜੀਤਾਂ ਜੀ ਨੂੰ ਸਤਿਗੁਰਾਂ ਨੇ
ਆਉਣ ਵਾਲਾ ਹਾਲ ਜਿਹੜਾ ਹੈ ਉਹ ਪਹਿਲਾਂ ਹੀ ਦਿਖਾ ਦਿੱਤਾ ਸੀ ਕਿ ਕੀ ਭਾਣਾ ਵਾਪਰਨਾ ਹੈ। ਸੁਪਨੇ ਦੇ ਵਿੱਚ ਹੀ ਉਹ ਸਾਰਾ ਸ਼ਹੀਦੀ ਪ੍ਰਸੰਗ, ਸ਼ਹਾਦਤਾਂ ਦਾ ਨਕਸ਼ਾ ਮਾਤਾ ਜੀ ਨੇ ਤੱਕਿਆ ਤੇ ਸਤਿਗੁਰਾਂ ਨੂੰ ਪੁੱਛਿਆ ਕਿ ਮਹਾਰਾਜ ਇਹ ਕੀ ਕਾਰਨ ਹੈ। ਤੇ ਪਾਤਸ਼ਾਹ ਜੀ ਕਹਿਣ ਲੱਗੇ, ਜੀਤਾਂ ਜੀ ਇਸੇ ਤਰ੍ਹਾਂ ਹੀ ਹੋਣਾ ਹੈ, ਇਹ ਕੋਈ ਸੁਪਨਾ ਨਹੀਂ, ਇਹ ਹਕੀਕਤ ਹੈ, ਇਸੇ ਤਰ੍ਹਾਂ ਹੀ ਸਾਰੇ ਭਾਣੇ ਵਾਪਰਨੇ ਨੇ। ਮਾਤਾ ਜੀ ਕਹਿਣ ਲੱਗੇ, ਮਹਾਰਾਜ ਇਹ ਤੇ ਬੜਾ ਅਕਹਿ ਤੇ ਅਸਹਿ ਹੈ, ਮੇਰਾ ਦਿਲ, ਮੇਰਾ ਅੰਦਰ ਇਹ ਵੇਖ ਨਹੀਂ ਸਕੇਗਾ, ਇਸ ਨੂੰ ਟਾਲ ਦਿਓ। ਪਾਤਸ਼ਾਹ ਕਹਿਣ ਲੱਗੇ, ਟਾਲਿਆ ਨਹੀਂ ਜਾ ਸਕਦਾ। ਆਖਿਆ, ਮਹਾਰਾਜ ਫਿਰ ਮੇਰੇ ਤੋਂ ਤੱਕਿਆ ਨਹੀਂ ਜਾਣਾ, ਮੈਨੂੰ ਆਗਿਆ ਦਿਓ ਕਿ ਮੈਂ ਪਹਿਲਾਂ ਹੀ ਸੱਚਖੰਡ ਚਲੀ ਜਾਵਾਂ। ਇਸ ਕਰਕੇ ਮਾਤਾ ਅਜੀਤ ਕੌਰ ਜੀ ਨੇ ਸੋ ਪਹਿਲਾਂ ਹੀ ਇਹ ਸਰੀਰ ਤਿਆਗ ਕਰਕੇ ਸੱਚਖੰਡ ਨੂੰ ਜਾਣਾ ਕੀਤਾ ਹੈ। ਉਹ ਪ੍ਰਸੰਗ ਆਪਾਂ ਨੂੰ ਗੁਰਮੁਖਾਂ ਨੇ ਬੜੇ ਪਿਆਰ ਨਾਲ ਸਰਵਣ ਕਰਵਾਇਆ ਹੈ। ਆਓ ਕੁਝ ਸਮਾਂ ਦਾਸ ਨੂੰ ਆਪ ਜੀ ਦੇ ਦਰਸ਼ਨ ਕਰਨ ਦਾ ਪ੍ਰਾਪਤ ਹੋਇਆ ਹੈ। ਕੁਝ 94 ਜੇ ਬਚਨ ਮੈਂ ਆਪ ਜੀ ਦੇ ਸਨਮੁਖ ਰੱਖਣੇ, ਕੋਈ ਪ੍ਰਸੰਗ ਨਹੀਂ ਆਰੰਭ ਕਰਨਾ। ਕੱਲ ਗੁਰਮੁਖਾਂ ਨੇ ਹੁਕਮ ਲਾਇਆ ਸੀ ਕਿ ਗਿਆਨੀ ਜੀ ਤੁਸੀਂ ਗੁਰਸਿੱਖ ਦੀ ਗੱਲ ਸ਼ੁਰੂ ਕੀਤੀ ਸੀ, ਪਰ ਕੱਲ ਸ਼ੁਰੂ ਨਹੀਂ ਹੋਈ, ਕਿਉਂਕਿ ਕੱਲ ਆਪਾਂ ਕੇਵਲ ਇਤਿਹਾਸ ਦੇ ਪੰਨਿਆਂ ਵਿੱਚ ਝਾਤ ਮਾਰੀ ਸੀ। ਅੱਜ ਮੈਂ ਯਤਨ ਕਰਾਂਗਾ ਕਿ ਗੁਰਸਿੱਖ ਦਾ ਜੀਵਨ ਕੈਸਾ ਹੈ, ਕਿਉਂਕਿ ਆਪਾਂ ਇੱਕ ਮਹਾਨ ਗੁਰਸਿੱਖ ਦਾ ਅੱਜ ਸਾਲਾਨਾ ਜੋੜ ਮੇਲਾ ਮਨਾ ਰਹੇ ਹਾਂ। ਜਿਸ ਗੁਰਸਿੱਖ ਨੇ ਆਪਣਾ ਸਾਰਾ ਪਰਿਵਾਰ ਗੁਰੂ ਦੇ ਲੇਖੇ ਲਾਇਆ। ਇਤਿਹਾਸ ਪੜ੍ਹੀਏ ਤੇ ਕੇਵਲ ਧੰਨ ਧੰਨ ਬਾਬਾ ਜੀਵਨ ਸਿੰਘ ਨੇ ਸ਼ਹਾਦਤ ਨਹੀਂ ਦਿੱਤੀ, ਉਹਨਾਂ ਦੇ ਪਿਤਾ ਜੀ ਭਾਈ ਸਦਾਨੰਦ ਜੀ, ਉਹਨਾਂ ਦੇ ਮਾਤਾ ਜੀ ਮਾਤਾ ਲਾਜਵੰਤੀ ਜੀ, ਜਿਹਨੂੰ ਮਾਤਾ ਗੁਜਰ ਕੌਰ ਜੀ ਮਾਤਾ ਪ੍ਰੇਮੋ ਕਿਹਾ ਕਰਦੇ ਸਨ, ਕਿਉਂਕਿ ਬੜੇ ਪ੍ਰੇਮ ਵਾਲੇ ਸਨ। ਮਾਤਾ ਪਿਤਾ ਵੀ ਸ਼ਹੀਦ ਹੋਏ ਸਰਸਾ ਦੇ ਕੰਢੇ ਤੇ। ਉਹਨਾਂ ਦੀ ਧਰਮ ਪਤਨੀ ਬੀਬੀ ਰਾਜ ਕੌਰ, ਮਾਤਾ ਰਾਜ ਕੌਰ ਜੀ ਵੀ ਸ਼ਹਾਦਤ ਦਾ ਜਾਮ ਪੀਤਾ ਹੈ। ਬਾਬਾ ਜੀਵਨ ਸਿੰਘ ਦੇ 4 ਪੁੱਤਰ ਸਨ, ਭਾਈ ਗੁਰਦਿਆਲ ਸਿੰਘ, ਭਾਈ ਗੁਲਜ਼ਾਰ ਸਿੰਘ, ਕਿ ਮੰਨ ਲੈਣਾ, ਉਹਦੇ ਤੇ ਕਦੇ ਸ਼ੱਕ ਨਹੀਂ ਕਰਨਾ। ਤੇ ਜਿਹੜਾ ਐਸਾ ਗੁਰਸਿੱਖ ਹੈ ਉਹਨੂੰ ਗੁਰੂ ਨਵਾਜ ਦਿੰਦਾ ਹੈ। ਪਾਤਸ਼ਾਹ ਨੇ ਪਾਵਨ ਬਾਣੀ ਦੇ ਅੰਦਰ ਗੁਰਸਿੱਖ ਦਾ ਜੀਵਨ ਬੜੇ ਵਿਸਥਾਰ ਨਾਲ ਸਮਝਾਇਆ। ਇਹ ਵੀ ਸ਼ਬਦ ਧੰਨ ਗੁਰੂ ਰਾਮਦਾਸ ਜੀ ਦਾ ਹੈ। ਮੈਂ ਸੰਖੇਪ ਜੇ ਅਰਥ ਕਰਨੇ ਆ। ਸ਼ਬਦ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਈ ਗੁਰਮੁਖਾਂ ਨੂੰ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਬਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੈ, ਬਹਿਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਈ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਜਿਸਨੋ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪੈ। ਇਹ ਗੁਰਸਿੱਖ ਦਾ ਜੀਵਨ। ਪਰ ਪਹਿਲੀ ਪੰਕਤੀ ਨੂੰ ਬੜੇ ਧਿਆਨ ਨਾਲ ਵਾਚਿਓ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ,
ਵਿਦਵਾਨਾਂ ਦੀ ਲਿਖਤ ਮੁਤਾਬਕ ਜਦੋਂ ਗੁਰ ਤੇ ਸਤਿਗੁਰ, ਤਾਂ ਉਦੋਂ ਗੁਰ ਦਾ ਅਰਥ ਕੀਤਾ ਜਾਂਦਾ ਹੈ ਵੱਡਾ। ਗੁਰ ਦਾ ਅਰਥ ਵੱਡਾ ਵੀ ਹੁੰਦਾ ਹੈ। ਕਈ ਥਾਵਾਂ ਤੇ ਆਉਂਦਾ ਗੁਰ ਸਤਿਗੁਰ ਕਿਰਪਾ ਧਾਰੀ ਜੀਓ, ਉੱਥੇ ਵੀ ਸ਼ਬਦ ਆਉਂਦਾ। ਤੇ ਇੱਥੇ ਅਰਥ ਗੁਰ ਦਾ ਹੈ ਕਿ ਵੱਡਾ, ਕਿ ਵੱਡੇ ਸਤਿਗੁਰਾਂ ਦਾ ਜੋ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ। ਦੂਜਾ ਵਚਨ ਧਿਆਨ ਦੇਣ ਵਾਲਾ ਹੈ। ਮਹਾਰਾਜ ਨੇ ਗੁਰੂ ਸ਼ਬਦ ਵੀ ਵਰਤਿਆ ਤੇ ਸਤਿਗੁਰੂ ਵੀ ਵਰਤਿਆ। ਪਰ ਸਤਿਗੁਰੂ ਕਿਉਂ ਵਰਤਿਆ? ਜਦੋਂ ਗੁਰੂ ਦਾ ਅਰਥ ਉਹੀ ਹੈ ਤੇ ਸਤਿਗੁਰੂ ਕਿਉਂ ਵਰਤਿਆ ਹੈ? ਸਤਿਗੁਰੂ ਦਾ ਅਰਥ ਹੁੰਦਾ ਹੈ ਸੱਚਾ ਗੁਰੂ। ਸਿੱਧਾ ਜਿਹਾ ਅਰਥ ਕਰੀਏ, ਮਹਾਰਾਜ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੱਚੇ ਗੁਰੂ ਵੀ ਹੋਣੇ ਆ। ਇਸ ਕਰਕੇ ਮਹਾਰਾਜ ਨੇ ਸਾਨੂੰ ਸਤਿਗੁਰੂ ਦੇ ਲੜ ਲਾਇਆ ਹੈ ਕਿ ਸੱਚੇ ਗੁਰੂ ਦੇ ਲੜ ਲੱਗਣਾ ਹੈ। ਪਾਤਸ਼ਾਹ ਨੇ ਬਾਣੀ ਵਿੱਚ ਕਿਹਾ ਵੀ ਹੈ, ਕੱਚੇ ਗੁਰ ਤੇ ਮੁਕਤ ਨਾ ਹੁਆ। ਕੱਚੇ ਗੁਰੂ ਤੋਂ ਕਦੇ ਵੀ ਕੋਈ ਮੁਕਤ ਨਹੀਂ ਹੋ ਸਕਦਾ। ਕੱਚਾ ਫਲ ਖਾ ਲਈਏ ਤੇ ਉਹ ਵੀ ਢਿੱਡੀ ਪੀੜਾਂ ਲਾ ਦਿੰਦਾ, ਕੱਚਾ ਗੁਰੂ ਕਿੱਥੋਂ ਮੁਕਤ ਕਰ ਦੇਵੇਗਾ। ਧਿਆਨ ਦੇਣਾ, ਇਸ ਨੂੰ ਸਮਝਿਓ। ਇਸ ਕਰਕੇ ਪਾਤਸ਼ਾਹ ਨੇ ਇਹ ਸ਼ਬਦ ਸਤਿਗੁਰੂ ਦਿੱਤਾ ਹੈ, ਜਿਹਦਾ ਅਰਥ ਹੈ ਸੱਚਾ ਗੁਰੂ। ਨਾਲ ਗੁਰਬਾਣੀ ਵਿੱਚ ਇਹ ਸਮਝਾ ਦਿੱਤਾ ਹੈ, ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਤੇ ਰੱਬ ਨੂੰ ਇੱਕ ਜਾਣੀ, ਵੱਖਰਾ ਕਰਕੇ ਨਾ ਜਾਣੇ। ਤਾਂ ਹੀ ਭੱਟਾ ਨੇ ਕਿਹਾ ਹੈ, ਗੁਰ ਅਰਜੁਨ ਪ੍ਰਤੱਖ ਹਰਿ। ਗੁਰੂ ਅਰਜਨ ਦੇਵ ਜੀ ਪ੍ਰਤੱਖ ਰੱਬ ਨੇ। ਤਾਂ ਹੀ ਭੱਟਾ ਨੇ ਕਿਹਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜੋਤੀ ਸਰੂਪ ਵਾਹਿਗੁਰੂ ਆਪ ਹੈ ਤੇ ਉਸੇ ਨੇ ਗੁਰੂ ਨਾਨਕ ਕਹਾਉਣਾ ਕੀਤਾ। ਤਾਂ ਹੀ ਭੱਟਾ ਨੇ ਕਿਹਾ ਹੈ, ਜਪਿਆਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿੱਥੇ ਰੱਬ ਨੂੰ ਜਪਣ ਦੀ ਗੱਲ ਕੀਤੀ, ਉੱਥੇ ਮਹਾਰਾਜ ਨੇ ਆਖਿਆ ਗੁਰੂ ਵੀ ਜਪਣਾ ਹੈ। ਉੱਥੇ ਮਹਾਰਾਜ ਨੇ ਆਖਿਆ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਤੋਂ ਬਿਨਾ ਕੋਈ ਹੋਰ ਨਹੀਂ। ਹੁਣ ਉੱਥੇ ਪਾਤਸ਼ਾਹ ਕਹਿੰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਬਣਿਆ ਨਹੀਂ ਗਾ ਜੀ, ਅਖਾਉਣ ਦੀ ਗੱਲ ਕੀਤੀ, ਅਖਵਾਉਣ ਦੀ। ਤੇ ਅਖਵਾਉਂਦੇ ਤੇ ਆਪਾਂ ਸਾਰੇ ਆ, ਭਾਵੇਂ ਕੋਈ ਕੇਸਾ ਧਾਰੀ ਹੋਵੇ ਤੇ ਭਾਵੇਂ ਕੋਈ ਨਾ ਹੋਵੇ, ਸਾਰੇ ਆਪਾਂ ਕਹਿੰਦੇ ਗੁਰੂ ਦੇ ਸਿੱਖ ਹਾਂ ਜੀ ਅਸੀਂ। ਹੁਣ ਥੋੜ੍ਹਾ ਜਿਹਾ ਧਿਆਨ ਦੇਣਾ, ਜਿਹੜੇ ਜਿਹੜੇ ਆਪਾਂ ਅਖਵਾਉਣੇ ਆ ਉਹਨਾਂ ਵਾਸਤੇ ਕੀ ਨਿਯਮ ਹੈ। ਬਣਨਾ ਤੇ ਬਾਅਦ ਦੀ ਗੱਲ, ਜਦੋਂ ਬਣ ਗਏ ਤੇ ਉਦੋਂ ਤਾਂ ਅਖੀਰਲੀ ਪੰਕਤੀ ਨੇ ਸਿਧਾਂਤ ਦੇਣਾ ਹੈ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਉੱਥੇ ਬਣੇ ਦੀ ਗੱਲ ਕੀਤੀ, ਉੱਥੇ ਪੁੱਜੇ ਦੀ ਗੱਲ ਕੀਤੀ। ਪਹਿਲਾਂ ਗੱਲ ਕੀਤੀ ਜਿਹੜਾ ਅਖਵਾਉਂਦਾ ਹੈ ਉਹਦੇ ਵਾਸਤੇ ਨਿਯਮ ਕੀ ਹੈ। ਮਹਾਰਾਜ ਕਹਿੰਦੇ, ਜਿਹੜਾ ਵੱਡੇ ਸਤਿਗੁਰਾਂ ਦਾ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ, ਉਹਦੇ ਵਾਸਤੇ ਪਹਿਲਾ ਨੇਮ ਹੈ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਪੁਰਾਣੇ ਬਜ਼ੁਰਗ ਜਾਣਦੇ ਨੇ, ਅੰਮ੍ਰਿਤ ਵੇਲੇ ਨੂੰ ਪਹਿਲਾਂ ਕਿਹਾ ਜਾਂਦਾ ਸੀ ਭਲਕੇ। ਧਿਆਨ ਦੇਣਾ, ਪਹਿਲਾਂ ਭਲਕ ਸ਼ਬਦ ਵਰਤਿਆ ਜਾਂਦਾ ਸੀ, ਜਾਂ ਤੜਕਾ ਸ਼ਬਦ ਕਿਹਾ ਜਾਂਦਾ ਸੀ, ਤੜਕੇ ਉੱਠਣਾ। ਇਹ ਸ਼ਬਦ ਪੁਰਾਣੇ ਸਾਡੇ ਪੰਜਾਬੀ ਦੇ ਜਿਹੜੇ ਨੇ, ਉਹ ਭਲਕੇ ਭਾਵ ਅੰਮ੍ਰਿਤ ਵੇਲੇ ਉੱਠ ਕਰਕੇ ਵਾਹਿਗੁਰੂ ਦਾ ਨਾਮ ਧਿਆਉਣਾ ਕਰੇ। ਅਜੇ ਗੱਲ ਇਸ਼ਨਾਨ ਦੀ ਨਹੀਂ ਆਈ, ਇਹ ਇਸ਼ਨਾਨ ਤੋਂ ਪਹਿਲਾਂ ਦੀ ਗੱਲ ਹੈ। ਭਾਵ ਅਰਥ ਕੀ, ਉੱਠਦਿਆਂ ਸਾਰ ਹੀ ਰੱਬ ਦੀ ਯਾਦ ਵਿੱਚ ਜੁੜ ਜਾਣਾ, ਸਿਮਰਨ ਵਿੱਚ ਜੁੜ ਜਾਣਾ। ਹੋਰ ਗੱਲ ਨਹੀਂ ਕਰਨੀ ਕੋਈ। ਸਿੱਖ ਦੀ ਸ਼ੁਰੂਆਤ ਹੀ ਨਾਮ ਤੋਂ ਹੋਣੀ ਚਾਹੀਦੀ ਹੈ। ਇਸ਼ਨਾਨ ਤੋਂ ਪਹਿਲਾਂ ਵੀ ਨਾਮ ਤੇ ਇਸ਼ਨਾਨ ਤੋਂ ਬਾਅਦ ਵੀ ਨਾਮ ਬਾਣੀ ਦੇ ਨਾਲ ਜੁੜਨਾ। ਧਿਆਨ ਦੇਣਾ, ਅੰਮ੍ਰਿਤ ਵੇਲੇ ਉੱਠਦਿਆਂ ਬਾਣੀ ਦਾ ਬਚਨ ਆਉਂਦਾ, ਸੌਂਦੇ ਵਾਹੋ ਵਾਹੋ ਉਛ ਰਹੇ, ਉੱਠਦੇ ਭੀ ਵਾਹੋ ਕਰੇਨ। ਸੌਣ ਲੱਗਿਆਂ ਵੀ ਵਾਹਿਗੁਰੂ ਵਾਹਿਗੁਰੂ, ਉੱਠਦਿਆਂ ਵੀ ਵਾਹਿਗੁਰੂ ਵਾਹਿਗੁਰੂ। ਇਹ ਸਿੱਖ ਦਾ ਕਰਮ ਹੈ। ਤੇ ਹੁਣ ਮੈਨੂੰ ਮੁਆਫ ਕਰਿਓ, ਸੌਣ ਲੱਗਿਆਂ ਵੀ ਨੈੱਟ ਚੱਲਦਾ ਹੁੰਦਾ ਤੇ ਉੱਠਣ ਲੱਗਿਆਂ ਵੀ ਨੈੱਟ ਹੀ ਚੱਲਦਾ ਹੁੰਦਾ ਹੈ। ਵਾਹਿਗੁਰੂ ਤੇ ਘੱਟ ਹੀ ਨਿਕਲਦਾ ਸਾਡੇ ਮੁੱਖ, ਬਹੁਤ ਇਹ ਸਾਡੇ 'ਚ ਘਾਟ ਆ ਗਈ ਹੈ। ਕਈ ਵਾਰ ਨੈੱਟ ਚਲਾਉਂਦਿਆਂ ਚਲਾਉਂਦੇ ਹੀ ਸੌਂ ਜਾਂਦੇ ਆ, ਤੇ ਉੱਠਦਿਆਂ ਸਾਰ ਮੂੰਹ ਵੀ ਨਹੀਂ ਧੋਂਦੇ ਤੇ ਨੈੱਟ ਪਹਿਲਾਂ ਚਲਾ ਲੈਂਦੇ ਆ। ਕਹਿ ਦਿੰਦੇ ਵੀ ਅੰਮ੍ਰਿਤ ਵੇਲੇ ਤੜਕੇ ਸਪੀਡ ਚੰਗੀ ਹੁੰਦੀ ਹੈ। ਧਿਆਨ ਦੇਣਾ, ਇਸ ਤਰ੍ਹਾਂ ਦੇ ਹਾਲਾਤ ਹੈ। ਇਹਨਾਂ ਚੀਜ਼ਾਂ ਨੂੰ ਸਮਝੋ। ਚਲੋ ਇਹ ਉਪਕਰਨ ਸਾਡੇ ਵਾਸਤੇ ਜ਼ਰੂਰੀ ਵੀ ਨੇ, ਪਰ ਇਹਨਾਂ ਦੀ ਵਰਤੋਂ ਸਹੀ ਢੰਗ ਨਾਲ ਕਰੀਏ।
जिन्नी क लोड़ है, हद तो वध ते कोई भी चीज़ नुकसान करदी है। हद तो वध लोड़ तो वध पानी पी लीए तो बंदा आफड़ जाता है, लोड़ तो वध प्रशादा खा लीए तो बंदा औखा हुंदा है। जिन्नी लोड़ है उन्नी चीज़ वरतनी चाहिए है। रहो विचार, महाराज कहते सो भल के उठ हर नाम ध्यावै, अमृत वेले उठ करके वो नाम जपे। उद्यम करे भल के प्रभाती, फिर कहते उद्यम करे अमृत वेले इशनान करे। इशनान करना नहावै, उस तो बाद कहते अमृत का सोमा जिहड़ा गुरु की संगत है उहदे विच भी आके इशनान करे, अथवा अमृत का सोमा बाणी नूं भी किया है, बाणी दे विच इशनान करे, बाणी का जाप ते चलो अगे आ जाए। भाई साहब भाई गुरदास जी ने भी बचन लिखे ने। भाई गुरदास जी लिखते ने, गुरसिख भल के उठ कै अमृत वेला सरना बंदा। गुरसिख अमृत वेले उठ करके ते फिर वो इशनान करता है। गुर कै बचन उचार कै धर्मसाल दी सुरत करंदा। गुरु की बाणी पढ़ करके तो फिर धर्मशाल का अर्थ, पहला धर्मशाला होंदियां सी, हुण आपां गुरुद्वारा कह दिंदे। धर्म का अर्थ धर्मशाला का अर्थ घर, धर्म का घर, ध्यान देना। फिर कहते ने वो गुरुद्वारे गुरु की संगत विच आ करके जुड़दा है, अपनी सुरत नूं उत्थे चल रही बाणी विच, कीर्तन विच, कथा विच, गुरु जस विच जोड़दा है। धर्मसाल दी सुरत करन दा ते अगला बचन, साध संगत विच जाए कै गुरबाणी दे प्रीत सुनंदा। गुरु की संगत विच जा करके वो प्रीति नाल प्यार दे नाल जाके गुरबाणी सुनदा। हुण आपां की करदे, साडे विचों कई आ करके संगत विच बैठ के भी गल्लां ही करदे ने। नहीं, आपां सुनन वास्ते आए, जिहड़ी गल्लां दी गल गुरमुखो ये नहीं मुकनी। जिंदगी मुक जाती, कदी गल्लां मुकियां नहीं मुकदियां, जिन्नियां मर्जी करी जाओ, सारी दिहाड़ी लगे रहिए गल्लां नहीं मुकदियां, रात लगे रहिए गल्लां नहीं मुकदियां। जे गुरु ने कृपा करके थोड़ा समा सानू दे दिता ना अपने कोल बहन का, तो वह सफला कर लईए। महाराज का तो कुछ नहीं विगड़ना जे तुसीं गल्लां करके भी चले जाओगे, महाराज नूं घाटा पैना, घाटा तो सानू ही पैना ना, सानू घाटा को पैना ते असीं तां सुना के चले जावांगे, पर जिहड़ा सुनूगा लाभ तो उन्होंने होना, दूजे नूं लाभ नहीं। ध्यान देना। इस करके भाई साहब जी कहते ने कि साध संगत विच जाए कै गुरबाणी दे प्रीत सुनंदा। सिख दा जीवन की है, सिख आपां सारे खवाउणे। शंका मनहों मिटाए कै गुर सिखां दी सेव करन दा। शंका भरम भी आ उच्चा है, आ नीवा है, आ मेरा वैरी आ मित्र है, इहो जी शंका सिख नहीं करता। इन्हां शंकावां नूं मन विचों मिटा करके ते सारियां नूं इक्को ही समझ करके सेवा करदा सारियां दी। शंका मनों मिटाए कै गुरसिखां दी सेव करन दा। किरत विरत कर धर्म दी लै प्रसाद आन वरतंदा। अपने धर्म की किरत करदा है। धर्म की किरत वो हुंदी जिहदे विच गुरु ने सानू इजाजत दित्ती होवे ये कर्म करने। वो कर्म जिवें कोई समैक वेचदा है, शराब वेचदा है, नशे वेचदा है, वो धर्म की किरत नहीं हुंदी। ध्यान देना, धर्म की किरत वो हुंदी जिहदी सानू आग्या गुरु वालों कर्म करन दी, वो धर्म की किरत है। किरत विरत कर धर्म दी लै प्रसाद आन वरतंदा। गुर सिखां नूं दे कर पिछों बचिया आप खवंदा। गुर सिखां नूं दे करके वरता करके जे बच गया है तो फिर छकना है। साडा तो कई बार हाल हुंदा असीं पहले ही पासे कढ़ के रख लैंदे आ कि किते बाद विच पता नहीं बचना कि नहीं बचना। इहो जिहे हालात भी अज साडे है। ध्यान देना, ये सिख दा कर्म नहीं, सिख ने वरताउणा है पहला। जे नहीं भी बचिया तो सतनाम वाहिगुरू कह करके उहदे अगे अरदास करनी कि दाता तू धन है, मेरे कोलों ये सेवा लई है। गुर सिखां नूं दे कर पिछों बचिया आप खुवंदा। कली काल प्रगास कर गुर चेला चेला गुर संदा। गुरमुख गाडी राहो चलंदा। इउं जिहड़ा गुरमुख है, गुरसिख है, वो गाडी राह ते चलदा है। गाडी राह की हुंदा है? पहले समय विच कच्चे रस्ते हुंदे सी ना, ते गड्डियां दे पहियां दे नाल लीहां पै जाणीआं।
ਤੇ ਜਦੋਂ ਉਹ ਡੂੰਘੀਆਂ ਲੀਹਾਂ ਪੈ ਜਾਂਦੀਆਂ ਸੀ ਨਾ, ਤੇ ਜੇ ਤਾਂ ਗੱਡਾ ਉਹਨਾਂ ਲੀਹਾਂ ਦੇ ਵਿੱਚ ਖੜੀਏ ਫਿਰ ਤਾਂ ਸੌਖਾ ਤੁਰਿਆ ਜਾਂਦਾ ਹੈ, ਜੇ ਉਹਨੂੰ ਪਾਸੇ ਕਰੀਏ ਫਿਰ ਉਹ ਔਖਾ ਹੁੰਦਾ ਹੈ। ਉਸ ਰਸਤੇ ਤੇ ਫਿਰ ਜਾਣਾ ਪੈਂਦਾ, ਜਿਹੜਾ ਬਣ ਗਿਆ ਰਾਹ ਉਸੇ ਰਸਤੇ ਤੇ ਤੁਰਨਾ ਪੈਂਦਾ। ਜੇ ਉਹਨੂੰ ਆਸੇ-ਪਾਸੇ ਕਰਾਂਗੇ ਤਾਂ ਫਿਰ ਔਖਾ ਹੋਊਗਾ। ਇਸੇ ਤਰ੍ਹਾਂ ਜੋ ਗੁਰੂ ਨੇ ਸਾਨੂੰ ਰਾਹ ਦੇ ਦਿੱਤਾ ਨਾ, ਮਾਰਗ ਦੇ ਦਿੱਤਾ, ਤੁਰੇ ਜਾਵਾਂਗੇ ਤੇ ਆਸੇ-ਪਾਸੇ ਜਾ ਗੁਰਸਿੱਖ ਦਾ ਜੀਵਨ ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਗੁਰੂ ਦਾ ਉਪਦੇਸ਼ ਜਿਹੜਾ ਹੈ ਉਹਨੂੰ ਹਰ ਵਕਤ ਯਾਦ ਰੱਖਣਾ, ਹਰ ਵਕਤ ਜਪਣਾ ਹੈ। ਸਭ ਕਿਲਬਿਕ ਪਾਪ ਦੋਖ ਲਹਿ ਜਾਵੈ, ਸਾਰੇ ਉਹਦੇ ਪਾਪ ਔਗਣ ਖਤਮ ਹੋ ਜਾਣਗੇ। ਜਿਹੜਾ ਐਸਾ ਕਰਮ ਕਰੇਗਾ ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੈ, ਬਹਿਦਿਆਂ ਉੱਠਦਿਆਂ ਨਾਮ ਧਿਆਵੈ। ਫਿਰ ਦਿਨ ਦਾ ਜਾਪ ਕਰਨਾ, ਜਪਣਾ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ, ਨਾਲ ਇਹ ਅਵਸਥਾ ਬਣਾਉਣੀ ਹੈ। ਤੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਹੜਾ ਹਰ ਵਕਤ ਵਾਹਿਗੁਰੂ ਜਪਦਾ ਹੈ ਉਹ ਗੁਰਸਿੱਖ ਜਿਹੜਾ ਹੈ ਮੇਰੇ ਗੁਰੂ ਨੂੰ ਭਾਉਂਦਾ ਹੈ। ਗੁਰਸਿੱਖ ਦਾ ਜੀਵਨ ਜਿਨ੍ਹਾਂ ਦੀ ਯਾਦ ਵਿੱਚ ਜੁੜੇ ਹੋਏ ਆ, ਉਹਨਾਂ ਦਾ ਜੀਵਨ ਆਪਾਂ ਬੜੇ ਬੁਲਾਰਿਆਂ ਦੇ ਕੋਲੋਂ ਸਰਵਣ ਕੀਤਾ ਤੇ ਅਜੇ ਕਰਨਾ ਵੀ ਹੈ। ਧਿਆਨ ਦੇਣਾ, ਉਹਨਾਂ ਦੇ ਜੀਵਨ ਨੂੰ ਪੜ੍ਹੀਏ ਤੇ ਉਹਨਾਂ ਦਾ ਜੀਵਨ ਐਸਾ ਹੈ ਕਿ ਉਹਨਾਂ ਕਦੇ ਵੀ ਸਤਿਗੁਰਾਂ ਦਾ ਬਚਨ ਨਹੀਂ ਮੋੜਿਆ। ਹਰ ਬਚਨ ਗੁਰੂ ਦਾ ਸਿਰ ਮੱਥੇ ਮੰਨ ਕਰਕੇ ਆਪਣਾ ਜੀਵਨ ਸਵਾਰਿਆ ਹੈ। ਗੁਰਸਿੱਖਾਂ ਦੀ ਪਰਖ ਵੀ ਹੁੰਦੀ ਕਈ ਵਾਰ। ਮੈਨੂੰ ਇੱਕ ਗੁਰਸਿੱਖ ਦਾ ਜੀਵਨ ਚੇਤੇ ਆਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਇਹ ਗੁਰਸਿੱਖ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ 52 ਕਵੀ ਸਨ। ਪਾਉਂਟਾ ਸਾਹਿਬ ਦੀ ਧਰਤੀ ਤੇ ਅੱਜ ਉਹ ਪ੍ਰਾਤਨ ਸਟੇਜ ਵੀ ਸੁਭਾਏਮਾਨ ਹੈ, ਜਿੱਥੇ ਉਹ 52 ਕਵੀ ਜਿਹੜੇ ਆ ਖਲੋ ਕਰਕੇ ਕਵਿਤਾ ਗਾਉਂਦੇ ਸਨ। ਤੇ ਉਸ ਸਟੇਜ ਦੇ ਉੱਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਖਲੋ ਕਰਕੇ ਕਵਿਤਾ ਗਾਉਂਦੇ ਰਹੇ। ਧਿਆਨ ਦੇਣਾ, 52 ਜਿੱਥੇ ਕਵੀ ਰੱਖੇ ਸਨ ਉੱਥੇ ਵਿਦਵਾਨ ਲਿਖਦੇ ਨੇ ਕਿ 36 ਲਿਖਾਰੀ ਰੱਖੇ ਸਨ ਮਹਾਰਾਜ ਨੇ। 36 ਲਿਖਾਰੀ, 4 ਲਿਖਾਰੀ ਜਿਹੜੇ ਆ ਉਹ ਗੁਰੂ ਗੋਬਿੰਦ ਸਿੰਘ ਦੇ ਨਾਲ ਹਰ ਵਕਤ ਰਿਹਾ ਕਰਦੇ ਸੀ। ਜਿੱਥੇ ਕੋਈ ਘਟਨਾ ਹੁੰਦੀ ਸੀ, ਕੌਤਕ ਵਾਪਰਦਾ ਸੀ, ਉਹਨਾਂ ਕੌਤਕਾਂ ਨੂੰ ਵੀ ਲਿਖਦੇ ਸਨ। ਤੇ ਉਹਨਾਂ ਵਿੱਚੋਂ ਕੁਝ ਮੁਨਸ਼ੀ ਸਨ। ਵੈਸੇ ਮੁਨਸ਼ੀ ਦਾ ਅਰਥ ਵੀ ਲਿਖਾਰੀ ਨਾਲ ਸੰਬੰਧ ਰੱਖਦਾ ਹੈ, ਪਰ ਮੁਨਸ਼ੀ ਨੂੰ ਸਾਰੀ ਜ਼ਿੰਮੇਵਾਰੀ ਵੀ ਦਿੱਤੀ ਜਾਂਦੀ ਹੈ। ਉਹਦੇ ਵਿੱਚ ਥੋੜ੍ਹਾ ਵਾਧਾ ਹੋ ਜਾਂਦਾ ਹੋਰ, ਕਿ ਕਿਉਂਕਿ ਮੁਨਸ਼ੀ ਨੇ ਸਾਰੀ ਲਿਖਤ ਪੜ੍ਹਤ ਕਰਨੀ ਹੁੰਦੀ ਹੈ ਵੀ ਕੀ ਦਿੱਤਾ ਹੈ, ਕੀ ਲਿਆ ਹੈ। ਜੋ ਦਿੱਤਾ ਉਹ ਵੀ ਲਿਖਣਾ ਹੈ, ਜੋ ਆਇਆ ਉਹ ਵੀ ਲਿਖਣਾ ਹੈ। ਉਹਨਾਂ ਮੁਨਸ਼ੀਆਂ ਦੇ ਵਿੱਚੋਂ ਇੱਕ ਮੁਨਸ਼ੀ ਸੀ ਜਿਹਦਾ ਨਾਂ ਸੀ ਭਾਈ ਆਸਾ ਸਿੰਘ। ਇਹ ਸਤਿਗੁਰਾਂ ਦਾ ਮੁਨਸ਼ੀ ਸੀ। ਜੋ ਸੰਗਤ ਸੇਵਾ ਭੇਜਦੀ ਸੀ ਉਹ ਭਾਈ ਆਸਾ ਸਿੰਘ ਨੂੰ ਹੀ ਦਿੰਦੀ ਸੀ। ਭਾਈ ਆਸਾ ਸਿੰਘ ਜੀ ਲਿਖ ਲੈਂਦੇ ਸਨ ਕਿ ਫਲਾਣੇ ਪਿੰਡ ਦੀ ਸੰਗਤ ਨੇ ਆਹ ਸੇਵਾ ਕੀਤੀ, ਫਲਾਣੇ ਪਰਿਵਾਰ ਨੇ ਆਹ ਸੇਵਾ ਕੀਤੀ। ਅਤੇ ਜੇ ਕਿਸੇ ਨੂੰ ਦੇਣਾ ਲੈਣਾ ਵੀ ਹੈ ਤੇ ਉਹ ਵੀ ਭਾਈ ਆਸਾ ਸਿੰਘ ਕਰਦੇ ਨੇ। ਇੱਕ ਵਾਰ ਇੱਕ ਗਰੀਬ ਸਿੱਖ ਆਨੰਦਪੁਰ ਸਾਹਿਬ ਆ ਗਿਆ। ਜਦੋਂ ਗਰੀਬ ਸਿੱਖ ਆਨੰਦਪੁਰ ਸਾਹਿਬ ਆਇਆ ਤਾਂ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਹੈ ਨਹੀਂ ਸੀ। ਭਾਈ ਆਸਾ ਸਿੰਘ ਉੱਥੇ ਸਨ, ਜ਼ਿੰਮੇਵਾਰੀ ਉਹਨਾਂ ਦੀ ਸੀ। ਗੁਰਸਿੱਖ ਨੇ ਪੁੱਛਿਆ ਕਿ ਮਹਾਰਾਜ ਦੇ ਦਰਸ਼ਨ ਕਰਨੇ ਆ। ਕਹਿਣ ਲੱਗੇ ਜੀ ਮਹਾਰਾਜ ਤੇ ਗਏ ਆ, ਉਹਨਾਂ ਨੂੰ ਤੇ ਕਈ ਦਿਨ ਲੱਗਣੇ ਆ ਜੀ, ਦੂਰ ਗਏ ਹੋਏ ਆ। ਤਾਂ ਉਸ ਵੇਲੇ ਆਖਿਆ ਕੋਈ ਜ਼ਿੰਮੇਵਾਰ ਤੇ ਹੋਵੇਗਾ ਮਹਾਰਾਜ ਦਾ। ਆਖਿਆ ਭਾਈ ਆਸਾ ਸਿੰਘ ਦੀ ਸਾਰੀ ਜ਼ਿੰਮੇਵਾਰੀ ਹੈ। ਉਹ ਗਰੀਬ ਗੁਰਸਿੱਖ ਭਾਈ ਆਸਾ ਸਿੰਘ ਕੋਲੇ ਆਇਆ। ਕਹਿਣ ਲੱਗਾ ਸਿੱਖਾ, ਮੇਰੀ ਲੜਕੀ ਦਾ ਵਿਆਹ ਹੈ, ਆਨੰਦ ਕਾਰਜ ਹੈ, ਪਰ ਮੈਂ ਗਰੀਬ ਬੜਾ ਹੈ, ਮੇਰੇ ਕੋਲ ਲੜਕੀ ਨੂੰ ਉਠਾਉਣ ਜੋਗਾ ਪੈਸਾ ਨਹੀਂ। ਪੁਰਾਣੇ ਸਮੇਂ 'ਚ ਸ਼ਬਦ ਵਰਤਿਆ ਜਾਂਦਾ ਸੀ, ਲੜਕੀ ਨੂੰ ਉਠਾਉਣਾ ਭਾਵ ਵਿਆਹੁਣਾ।
ਅੱਜ ਇਹ ਸ਼ਬਦ ਖਤਮ ਹੁੰਦੇ ਜਾਂਦੇ ਤੇ ਮੈਂ ਯਤਨ ਕਰਦਾ ਹੁੰਦਾ ਉਹ ਵੀ ਸ਼ਬਦ ਵਰਤੀਏ ਤੇ ਸਾਡੇ ਸ਼ਬਦ ਸਾਡੇ ਕੋਲ ਰਹਿਣ। ਧਿਆਨ ਦੇਣਾ। ਆਖਿਆ ਹੈ ਕਿ ਮੇਰੇ ਕੋਲ ਮਾਇਆ ਨਹੀਂ ਕਿ ਮੈਂ ਆਪਣੀ ਬੱਚੀ ਦਾ ਆਨੰਦ ਕਾਰਜ ਕਰ ਸਕਾਂ, ਤੇ ਤੂੰ ਕਿਰਪਾ ਕਰਕੇ ਗੁਰੂ ਦੇ ਵਾਸਤੇ ਮੈਨੂੰ ਕੁਝ ਧਨ ਦੇ ਦੇ ਤਾਂ ਕਿ ਮੇਰੀ ਬੱਚੀ ਦਾ ਵਿਆਹ ਹੋ ਸਕੇ। ਪਹਿਲਾਂ ਤੇ ਭਾਈ ਆਸਾ ਸਿੰਘ ਸੋਚੀ ਪੈ ਗਿਆ ਕਿ ਮਹਾਰਾਜ ਦੇ ਪੁੱਛਣ ਤੋਂ ਬਿਨਾਂ ਮੈਂ ਕਿਵੇਂ ਦੇ ਦੇਵਾਂ। ਪਰ ਸਿੱਖ ਦੀ ਹਾਲਤ ਵੇਖੀ, ਸਿੱਖ ਨੇ ਜਦੋਂ ਬੇਨਤੀ ਕੀਤੀ ਬੜੀ ਆਜਜ਼ ਹੋ ਕਰਕੇ ਤਰਲਾ ਲਿਆ, ਤੇ ਭਾਈ ਆਸਾ ਸਿੰਘ ਦੀਆਂ ਵੀ ਅੱਖਾਂ ਭਰ ਆਈਆਂ, ਰਿਹਾ ਨਾ ਗਿਆ, ਲਿਖ ਕਰਕੇ ਹੁੰਡੀ ਦੇ ਦਿੱਤੀ। ਹੁਣ ਆਪਾਂ ਨੂੰ ਹੁੰਡੀ ਦਾ ਬਹੁਤਾ ਪਤਾ ਨਹੀਂ, ਕਿਉਂਕਿ ਪੁਰਾਣੇ ਸਮੇਂ 'ਚ ਹੁੰਡੀ ਹੁੰਦੀ ਸੀ ਜਿਵੇਂ ਹੁਣ ਬੈਂਕ ਦੇ ਵਿੱਚੋਂ ਚੈੱਕ ਮਿਲ ਜਾਂਦਾ ਨਾ, ਆਪਾਂ ਕਿਸੇ ਨੂੰ ਚੈੱਕ ਦੇ ਦਿੰਦੇ ਹਾਂ ਤੇ ਉਹ ਕਿਸੇ ਵੀ ਬੈਂਕ ਵਿੱਚ ਆਪਾਂ ਜਮ੍ਹਾਂ ਕਰਾ ਕਰਕੇ ਮਾਇਆ ਲੈ ਸਕਦੇ। ਪੁਰਾਣੇ ਸਮੇਂ 'ਚ ਹੁੰਡੀ ਹੁੰਦੀ ਸੀ। ਭਾਈ ਆਸਾ ਸਿੰਘ ਨੇ ਹੁੰਡੀ ਕਰ ਦਿੱਤੀ, ਲਿਖ ਦਿੱਤਾ। ਜਿਹੜੇ ਇਲਾਕੇ ਦਾ ਉਹ ਸਿੱਖ ਸੀ ਉੱਥੇ ਵੀ ਸਿੱਖ ਸਨ ਜ਼ਿੰਮੇਵਾਰ, ਜਿਨ੍ਹਾਂ ਨੂੰ ਮਸੰਦ ਸ਼ਬਦ ਵਰਤਿਆ ਜਾਂਦਾ ਸੀ ਉਦੋਂ। ਤੇ ਗੁਰੂ ਪਿਆਰ ਵਾਲਿਓ, ਲਿਖ ਦਿੱਤਾ ਹੈ ਕਿ ਫਲਾਨਾ ਸਿੱਖ ਤੁਹਾਡੇ ਕੋਲ ਆਵੇਗਾ, ਇਹਨੂੰ 500 ਰੁਪਈਆ ਜਿਹੜਾ ਹੈ ਉਹ ਦੇ ਦਿੱਤਾ ਜਾਵੇ, ਇਹ ਗੁਰੂ ਦਾ ਹੁਕਮ ਹੈ। ਭਾਈ ਆਸਾ ਸਿੰਘ ਜੀ ਨੇ ਲਿਖ ਦਿੱਤਾ, ਮੋਹਰ ਲਾ ਦਿੱਤੀ ਗੁਰੂ ਘਰ ਦੀ। ਪੁੱਛਿਆ ਗੁਰੂ ਨੂੰ ਨਹੀਂ। ਸਿੱਖ ਘਰੇ ਗਿਆ, ਉੱਥੇ ਜਾ ਕਰਕੇ ਮਿਲਿਆ ਆਪਣੇ ਪਿੰਡ ਵਿੱਚ, ਇਲਾਕੇ ਵਿੱਚ ਉਸ ਗੁਰਸਿੱਖ ਨੂੰ ਜਾ ਕੇ ਇਹ ਹੁੰਡੀ ਦਿੱਤੀ ਤੇ ਉਹਨੇ 500 ਰੁਪਈਆ ਭਾਈ ਆਸਾ ਸਿੰਘ ਦੇ ਕਹਿਣ ਤੇ ਉਸ ਗੁਰਸਿੱਖ ਨੂੰ ਦੇ ਦਿੱਤਾ। ਉਸ ਨੇ ਆਨੰਦ ਕਾਰਜ ਕੀਤਾ, ਸਾਰੇ ਕਾਰਜ ਸੰਪੂਰਨ ਹੋਏ ਤੇ ਸਾਲ ਬਾਅਦ ਉਹ ਗੁਰਸਿੱਖ ਆਨੰਦਪੁਰ ਸਾਹਿਬ ਆਇਆ ਤੇ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਤੁਹਾਡਾ ਕੋਟਾਨ ਕੋਟ ਸ਼ੁਕਰ ਹੈ, ਧੰਨਵਾਦ ਹੈ, ਤੁਸੀਂ ਮੇਰੀ ਗਰੀਬ ਦੀ ਬਾਂਹ ਫੜੀ ਹੈ। ਜੇ ਤੁਸੀਂ 500 ਰੁਪਈਆ ਨਾ ਦਿੰਦੇ ਤੇ ਮੇਰੀ ਲੜਕੀ ਦਾ ਵਿਆਹ ਨਹੀਂ ਸੀ ਹੋਣਾ। ਮਹਾਰਾਜ ਕਹਿੰਦੇ, ਭਾਈ ਅਸੀਂ ਤਾਂ ਤੈਨੂੰ ਕੋਈ ਰੁਪਈਆ ਨਹੀਂ ਦਿੱਤਾ, ਮਾਇਆ ਨਹੀਂ ਦਿੱਤੀ। ਹੁਣ ਭਾਈ ਆਸਾ ਸਿੰਘ ਨੇ ਮਹਾਰਾਜ ਨੂੰ ਦੱਸਿਆ ਹੀ ਨਹੀਂ, ਖਿਆਲ ਨਹੀਂ ਰਿਹਾ। ਮਹਾਰਾਜ ਕਹਿਣ ਲੱਗੇ, ਅਸੀਂ ਤਾਂ ਤੈਨੂੰ ਦਿੱਤਾ ਕੁਝ ਨਹੀਂ। ਉਹ ਸਿੱਖ ਕਹਿਣ ਲੱਗਾ, ਮਹਾਰਾਜ ਤੁਹਾਡਾ ਸਿੱਖ ਭਾਈ ਆਸਾ ਸਿੰਘ, ਉਹਨੇ ਲਿਖ ਕੇ ਦਿੱਤਾ ਹੈ 500 ਰੁਪਈਆ ਵੀ ਗੁਰੂ ਕੇ ਖਜ਼ਾਨੇ 'ਚੋਂ ਤੁਹਾਨੂੰ ਇਹ ਮਿਲ ਜਾਵੇਗਾ। ਮਹਾਰਾਜ ਕਹਿੰਦੇ, ਭਾਈ ਆਸਾ ਸਿੰਘ ਨੇ ਸਾਡੇ ਪੁੱਛੇ ਤੋਂ ਬਗੈਰ ਹੀ ਦੇ ਦਿੱਤਾ ਹੈ। ਜਾਓ ਭਾਈ ਆਸਾ ਸਿੰਘ ਨੂੰ ਬੁਲਾ ਕੇ ਲਿਆਓ। ਇਤਿਹਾਸਕਾਰ ਲਿਖਦੇ ਨੇ ਜਦੋਂ ਭਾਈ ਆਸਾ ਸਿੰਘ ਨੂੰ ਪਤਾ ਲੱਗਾ ਤੇ ਉਹ ਡਰਦਾ ਹੋਇਆ ਉੱਥੋਂ ਭੱਜ ਗਿਆ ਛੱਡ ਕਰਕੇ। ਮਨ 'ਚ ਭੈ ਸੀ। ਇਹ ਵੀ ਕੌਤਕ ਹੁੰਦਾ ਕਈ ਵਾਰ ਗੁਰਸਿੱਖਾਂ ਦਾ। ਚਲਾ ਗਿਆ, ਕਈ ਦਿਨ ਨਾ ਮੁੜਿਆ ਤੇ 15-20 ਦਿਨਾਂ ਬਾਅਦ ਫਿਰ ਵਾਪਸ ਆਇਆ। ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ ਹੈ ਤੇ ਜਦੋਂ ਭਾਈ ਆਸਾ ਸਿੰਘ ਆਇਆ, ਕਦੀ ਕੋਈ ਮਹਾਰਾਜ ਨੂੰ ਆ ਕੇ ਆਖੇ ਭਾਈ ਆਸਾ ਸਿੰਘ ਆ ਗਿਆ, ਕਿਉਂਕਿ ਸਾਰਿਆਂ ਦੇ ਮਨ ਵਿੱਚ ਇਹ ਸੀ ਕਿ ਮਹਾਰਾਜ ਕੀ ਕਹਿਣਗੇ ਹੁਣ ਆਸਾ ਸਿੰਘ। ਇੰਨਾ ਚਿਰ ਨੂੰ ਭਾਈ ਆਸਾ ਸਿੰਘ ਆ ਗਿਆ ਤੇ ਆ ਕੇ ਮੱਥਾ ਟੇਕਿਆ ਤੇ ਫਤਿਹ ਗਜਾਈ। ਤੇ ਮਹਾਰਾਜ ਕਹਿੰਦੇ, ਭਾਈ ਆਸਾ ਸਿੰਘ ਤੁਸੀਂ ਫਲਾਣੇ ਸਿੱਖ ਨੂੰ 500 ਰੁਪਈਆ ਦਿੱਤਾ? ਹਾਂ ਮਹਾਰਾਜ ਦਿੱਤਾ ਹੈ। ਕਹਿਣ ਲੱਗੇ, ਸਾਨੂੰ ਪੁੱਛਿਆ ਵੀ ਨਹੀਂ, ਸਾਨੂੰ ਪੁੱਛਣ ਤੋਂ ਬਿਨਾਂ ਹੀ 500 ਰੁਪਈਆ ਦੇ ਦਿੱਤਾ। ਕਿਉਂਕਿ ਉਦੋਂ 500 ਰੁਪਈਆ ਬਹੁਤ ਵੱਡੀ ਰਕਮ ਹੁੰਦੀ ਸੀ, ਧਿਆਨ ਦੇਣਾ। ਤੇ ਭਾਈ ਆਸਾ ਸਿੰਘ ਕਹਿਣ ਲੱਗੇ, ਇਸ ਗਲਤੀ ਦੀ ਮੈਂ ਮੁਆਫੀ ਮੰਗਦਾ ਕਿ ਮੈਂ ਤੁਹਾਡੇ ਤੋਂ ਪੁੱਛਿਆ ਨਹੀਂ ਗਿਆ, ਪਰ ਮਹਾਰਾਜ ਮੇਰੇ ਕੋਲੋਂ ਰਿਹਾ ਨਹੀਂ ਗਿਆ ਕਿ ਜਿਹੜੀ ਕਲਮ ਮੇਰੇ ਹੱਥ ਵਿੱਚ ਹੈ ਨਾ, ਉਸ ਕਲਮ ਨੇ ਮੈਨੂੰ ਮਿਹਣਾ ਮਾਰਿਆ ਕਿ ਜੇ ਆਸਾ ਸਿੰਘਾ ਇਹ ਕੰਮ ਨਾ ਕੀਤਾ ਤੂੰ ਤੇ ਤੇਰਾ ਵੀ ਬੁਰਾ ਹਾਲ ਹੋਵੇਗਾ। ਮਹਾਰਾਜ ਕਹਿੰਦੇ, ਭਾਈ ਆਸਾ ਸਿੰਘ ਉਸ ਕਲਮ ਨੇ ਤੈਨੂੰ ਕੀ ਆਖਿਆ? ਬੜੇ ਭਾਵਪੂਰਤ, ਕਿਉਂਕਿ ਕਵੀਆਂ ਦੇ ਵਲਵਲੇ ਵੀ ਬੜੇ ਕਮਾਲ ਦੇ ਹੁੰਦੇ। ਉਹਨਾਂ ਨੇ ਬਚਨ ਲਿਖੇ, ਕਹਿਣ ਲੱਗੇ, ਮਹਾਰਾਜ ਜਦੋਂ ਮੈਂ ਕਲਮ ਨੂੰ ਸਿਆਹੀ ਨਾਲ ਲਬੇੜਿਆ, ਪੁਰਾਣੇ ਸਮੇਂ ਵਿੱਚ ਕਾਨਿਆਂ ਦੀਆਂ ਕਲਮਾਂ ਹੁੰਦੀਆਂ ਸੀ, ਮੈਂ ਵੀ ਆਪਣੇ ਜੀਵਨ ਵਿੱਚ ਵਰਤੀਆਂ। ਉਦੋਂ ਪੜ੍ਹਾਈ ਪਹਿਲਾਂ ਫੱਟੀਆਂ ਦੇ ਉੱਪਰ ਹੁੰਦੀ ਸੀ। ਇਹ ਬਹੁਤ ਲੰਮੇ ਸਮੇਂ ਦੀ ਗੱਲ ਨਹੀਂ ਗੀ।
ਅੱਜ ਤੋਂ 20-25 ਸਾਲ ਪਹਿਲਾਂ ਹੀ ਆਮ ਚੱਲਦੀਆਂ ਹੁੰਦੀਆਂ ਸੀ। ਫੱਟੀਆਂ ਹੁੰਦੀਆਂ ਸੀ ਗਾਚਣੀ ਦੀਆਂ, ਉਹ ਵਾਹਿਗੁਰੂ ਗਾਚਣੀ ਨਾਲ ਪੋਚ ਲੈਣੀਆਂ ਤੇ ਫਿਰ ਲਿਖ ਲੈਣਾ, ਫਿਰ ਜਦੋਂ ਅੱਗੇ ਲਿਖਣਾ ਫਿਰ ਪੋਚ ਲੈਣੀਆਂ। ਹੁਣ ਤਾਂ ਕੋਈ ਪੋਚਦਾ ਨਹੀਂ, ਪਰ ਹੁਣ ਵੀ ਪੋਚਦੇ ਫੱਟੀਆਂ ਪਰ ਤੇ ਰਹੀਆਂ ਨਹੀਂ। ਧਿਆਨ ਦੇਣਾ, ਮੁਆਫ ਕਰਿਓ ਮੈਨੂੰ ਸ਼ਬਦ, ਹੁਣ ਤਾਂ ਅਸੀਂ ਇੱਕ ਦੂਜੇ ਦੇ ਹੀ ਪੋਚਦੇ ਹਾਂ। ਰਹੋ ਵਿਚਾਰ। ਮਹਾਰਾਜ ਜਦੋਂ ਮੈਂ ਕਲਮ ਨੂੰ ਸ਼ਾਹੀ ਦਾ ਲਬੇੜਿਆ, ਕਲਮ ਦਾ ਮੂੰਹ ਸ਼ਾਹੀ ਵਿੱਚ ਡਬੋਇਆ ਤੇ ਕਲਮ ਬੋਲ ਪਈ। ਆਖਿਆ ਕਲਮ ਕੀ ਕਹਿੰਦੀ ਸੀ? ਆਖਿਆ ਕਲਮ ਨੇ ਆਖਿਆ, ਆਸਾ ਸਿੰਘਾ ਅੱਜ ਤੂੰ ਮੇਰਾ ਮੂੰਹ ਕਾਲਾ ਕੀਤਾ ਤੇ ਜੇ ਤੂੰ ਮੇਰਾ ਮੂੰਹ ਕਾਲਾ ਕਰਕੇ ਪਰਉਪਕਾਰ ਨਾ ਕੀਤਾ, ਕਿਸੇ ਦਾ ਭਲਾ ਨਾ ਕੀਤਾ, ਤੇ ਮੈਂ ਤੇਰਾ ਮੂੰਹ ਕਾਲਾ ਕਰਨਾ ਹੀ। ਰੱਬ ਦੇ ਦਰਬਾਰ ਵਿੱਚ ਮੈਂ ਇਹ ਬਦਲਾ ਲੈਣਾ ਤੇਰੇ ਕੋਲੋਂ, ਕਿਉਂਕਿ ਤੂੰ ਮੇਰਾ ਮੂੰਹ ਕਾਲਾ ਕੀਤਾ। ਜੇ ਤਾਂ ਮੇਰਾ ਮੂੰਹ ਕਾਲਾ ਕਰਕੇ ਭਲੇ ਦਾ ਕੰਮ ਕਰੇਂਗਾ ਤੇ ਫਿਰ ਮੈਂ ਤੈਨੂੰ ਕੁਝ ਨਹੀਂ ਕਹਿੰਦੀ, ਪਰ ਜੇ ਤੂੰ ਭਲੇ ਦਾ ਕਰਮ ਨਾ ਕੀਤਾ ਤੇ ਮੈਂ ਵੀ ਤੇਰਾ ਮੂੰਹ ਕਾਲਾ ਕਰਾਂਗੀ, ਪਰ ਦਰਬਾਰ ਵਿੱਚ, ਉਸ ਰੱਬ ਦੇ ਦਰਬਾਰ ਵਿੱਚ ਤੇਰੇ ਕੋਲੋਂ ਬਦਲਾ ਲਊਂਗਾ। ਭਾਈ ਆਸਾ ਸਿੰਘ ਨੇ ਉਹ ਬਚਨ ਉਚਾਰੇ। ਕਲਮ ਕਹਿੰਦੀ ਹੈ, ਮੇਰਾ ਮੁਖ ਕਾਲਾ ਕੀਆ ਜੇ ਨਾ ਕਰੇ ਪਰ ਉਪਕਾਰ, ਤੇਰਾ ਮੁਖ ਕਾਲਾ ਕਰੂੰ ਪਲਟਾ ਲਿਉਂ ਦਰਬਾਰ। ਆਖਿਆ ਏ ਤੂੰ ਮੇਰਾ ਮੂੰਹ ਕਾਲਾ ਕੀਤਾ ਤੇ ਜੇ ਪਰ ਉਪਕਾਰ ਨਾ ਕੀਤਾ ਤੇ ਮੈਂ ਤੇਰਾ ਮੂੰਹ ਕਾਲਾ ਕਰੂੰਗੀ, ਰੱਬ ਦੇ ਦਰਬਾਰ ਵਿੱਚ ਪਲਟਾ ਲਊਂਗੀ। ਮਹਾਰਾਜ ਇਹ ਕਲਮ ਨੇ ਮੇਰੇ ਨਾਲ ਬਚਨ ਕੀਤਾ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਸਿੰਘਾਸਣ ਤੋਂ ਉੱਠੇ ਤੇ ਭਾਈ ਆਸਾ ਸਿੰਘ ਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ। ਕਹਿਣ ਲੱਗੇ, ਭਾਈ ਆਸਾ ਸਿੰਘਾ ਇਹ ਕਲਮ ਤੇਰੇ ਵਰਗੇ ਸਿੱਖਾਂ ਦੇ ਹੱਥ ਵਿੱਚ ਹੀ ਸੋਭਦੀ ਹੈ। ਗੁਰਸਿੱਖ ਦਾ ਜੀਵਨ ਕੈਸਾ ਹੈ? ਇਹ ਗੁਰਸਿੱਖੀ ਦਾ ਜੀਵਨ ਹੈ। ਭਾਵੇਂ ਕਲਮ ਨਾਲ ਸੇਵਾ ਕਰਦੇ ਹਾਂ, ਕਿਸੇ ਵੀ ਤਰ੍ਹਾਂ ਦੀ ਸੇਵਾ ਕਰਦੇ ਹਾਂ, ਜੇ ਸਾਡੀ ਸੇਵਾ ਵਿੱਚ ਬੇਈਮਾਨੀ ਆ ਗਈ, ਉਹ ਹਰ ਪਾਪ ਹੀ ਹੈ। ਇਹ ਨਾ ਸਮਝਿਓ ਵੀ ਅਸੀਂ ਹੋਰ ਚੋਰੀ, ਕਲਮ ਨਾਲ ਗਲਤ ਲਿਖ ਦਿੱਤਾ ਨਾ, ਉਹ ਵੀ ਪਾਪ ਹੈ। ਇਹ ਧਿਆਨ ਦੇਣਾ। ਸਾਰੇ ਬੁਲਾਰੇ ਬੈਠੇ ਨੇ, ਕਲਮਾਂ ਤੇ ਸਾਰਿਆਂ ਦੀਆਂ ਚੱਲਦੀਆਂ, ਧਿਆਨ ਦੇਣਾ। ਇਸ ਨੂੰ ਸਮਝਿਓ। ਗੁਰੂ ਪਿਆਰ ਵਾਲਿਓ, ਗੁਰਸਿੱਖ ਦਾ ਜੀਵਨ ਐਸਾ ਹੋਣਾ ਚਾਹੀਦਾ ਹੈ, ਉਹ ਕਿਸੇ ਵੀ ਖੇਤਰ ਵਿੱਚ ਵਿਚਰਦਾ ਹੈ, ਉਹਦਾ ਜੀਵਨ ਇੰਨਾ ਪਾਰਦਰਸ਼ੀ ਹੋਵੇ, ਇੰਨਾ ਪਵਿੱਤਰ ਹੋਵੇ ਕਿ ਗੁਰੂ ਉਹਦੇ ਜੀਵਨ ਤੇ ਖੁਸ਼ ਹੋ ਜਾਵੇ। ਸਤਿਗੁਰੂ ਜੀ ਫਰਮਾਉਂਦੇ ਨੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ, ਗੁਰੂ ਮਨ ਭਾਵੈ ਉਹ ਗੁਰਸਿੱਖ ਗੁਰੂ ਦੇ ਮਨ ਨੂੰ ਚੰਗਾ ਲੱਗਦਾ ਹੈ। ਜਿਸਨੋਂ ਦਇਆਲ ਹੋਵੈ ਮੇਰਾ ਸੁਆਮੀ। ਆ ਤੁਸੀਂ ਬੈਠੇ ਜੇ ਨਾ ਸਾਰੇ, ਸਾਰੇ ਕਿਉਂ ਨਹੀਂ ਬਹਿ ਗਏ? ਹੋਰ ਵੀ ਸੰਗਤ ਬੜੀ ਹੈ। ਇੰਨੇ ਕਿ ਕਿਉਂ ਹੈ? ਇਹਦਾ ਵੀ ਕਾਰਨ ਹੈ। ਮਾਰੇ ਕਹਿੰਦੇ, ਜਿਸਨੋਂ ਦਇਆਲ ਹੋਵੈ ਮੇਰਾ ਸੁਆਮੀ, ਜਿਹਦੇ ਤੇ ਮੇਰਾ ਵਾਹਿਗੁਰੂ ਸੁਆਮੀ ਮਾਲਕ ਦਇਆਲੂ ਹੋਵੇ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਤਿਸ ਗੁਰਸਿੱਖ ਨੂੰ ਗੁਰੂ ਉਪਦੇਸ਼ ਸੁਣਾਉਂਦਾ, ਸਾਰਿਆਂ ਨੂੰ ਨਹੀਂ ਸੁਣਾਉਂਦਾ। ਤੇ ਅਖੀਰਲਾ ਬਚਨ ਕਿਹਾ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇੱਥੇ ਹੋ ਗਈ ਸੰਪੂਰਨਤਾ। ਤੇ ਪਹਿਲੇ ਬਚਨ ਜਿੰਨੇ ਵੀ ਆਪਾਂ ਸਰਵਣ ਕੀਤੇ ਆ, ਉਹਦਾ ਅਰਥ ਹੈ ਕਿ ਜਿਹੜੇ ਅਖਵਾਉਣੇ ਆਪਾਂ, ਜੇ ਸਾਡੇ ਵਿੱਚ ਇਹ ਗੁਣ ਹੈਗੇ ਆ ਅਖਵਾਉਣ ਵਾਲਿਆਂ ਦੇ ਵਿੱਚ, ਤੇ ਗੁਰਮੁਖੋ ਅਸੀਂ ਗੁਰਸਿੱਖ ਹਾਂ। ਜੇ ਸਾਡੇ ਵਿੱਚ ਇਹ ਗੁਣ ਨਹੀਂ ਤੇ ਅਸੀਂ ਗੁਰਸਿੱਖੀ ਦੇ ਨਾਂ ਤੇ ਕਲੰਕ ਹੋਵਾਂਗੇ, ਇਸ ਤੋਂ ਵੱਧ ਕੁਝ ਨਹੀਂ। ਧਿਆਨ ਦੇਣਾ, ਇਸ ਨੂੰ ਸਮਝਿਓ। ਅਖੀਰਲਾ ਬਚਨ ਮੈਂ ਕਹਿ ਕੇ ਸਮਾਪਤੀ ਕਰਾਂ, ਸਮਾਂ ਸਮਾਪਤ ਹੈ। ਜਿਹੜਾ ਗੁਰਸਿੱਖ ਬਣ ਜਾਂਦਾ ਹੈ, ਉਹਦੇ ਚਰਨਾਂ ਦੀ ਧੂੜ ਗੁਰੂ ਨੇ ਮੰਗੀ ਹੈ। ਜਿਹੜਾ ਆਪ ਜਪਦਾ ਹੈ ਤੇ ਹੋਰਨਾਂ ਨੂੰ ਨਾਮ ਜਪਾਉਂਦਾ ਹੈ, ਉਸ ਗੁਰਸਿੱਖ ਨੂੰ ਕਿੰਨਾ ਕੁ ਮਾਣ ਦਿੱਤਾ। ਮੈਂ ਇੱਕ ਕਵਿਤ ਕਹਿ ਕੇ 2 ਮਿੰਟਾਂ ਵਿੱਚ ਸਮਾਪਤੀ ਕਰ ਦੇਣੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਕਵਿਤ ਲਿਖਿਆ ਸਿੱਖ ਦੀ ਵਡਿਆਈ ਦੇ ਵਿੱਚ। ਧਿਆਨ ਦੇਣ ਵਾਲਾ ਵਚਨ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਨਖ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀ ਹੈ। ਨਖ ਕਹਿੰਦੇ ਨੇ ਨਹੁੰ ਨੂੰ, ਸਿੱਖ ਕਹਿੰਦੇ ਨੇ ਸਿਰ ਦੀ ਚੋਟੀ ਨੂੰ।
मेरे पैर दे अंगूठे दे नौं तो लैके सिर दे जूड़े तक, सीधा अर्थ लै रही है, सिर दे केसां तक मेरे सारे अंग जिहड़े आ वो रोम रोम कर, जिवें साडे शरीर ते रोम न केस छोटे छोटे, एडे एडे टुकड़े टुकड़े करके, नख सिख लव सगल अंग रोम रोम कर, काट काट सिखण के चरण पर वारी है, कट कट करके सिखां दे चरनां तो वार दीए, कुर्बान कर दीए। अगला बचन क्या है, अग्न जलाए फुन पीसन पिसाए ताहे, लै उड्डै पवन होए अनक प्रकारी है। कहंदे फिर उन्हां टुकड़ियां नूं अग दे विच साड़िया जावे, फिर उन्हां नूं पीसिया जावे, अते ओ जिहड़ी खाक है कहंदे ओनू हवा जिहड़ी अनेकां तरह की लै करके उड़ जावे, अनेकां तरह दे नाल कित्थे जावे। जत कत सिख पग धरै गुर पंथ प्रात, कहंदे जिथे जिथे जेड़े जेड़े मार्ग ते अमृत वेले गुरसिख गुरु कोल जान लगिया चरण रखदा ना, जत कत सिख पग धरै गुर पंथ प्रात, ताहू ताहू मार्ग में भस्म को डारिया। कहंदे उस रस्ते ते मेरे शरीर की वो स्वाह जिहड़ी है वो खिलार दिती जाए। ते अखीरला बचन किया, तेह पद पादक चरण लिव लागी रहे, दया का दयाल मोहे पतत उधारी है। भाई गुरदास जी की निमरता वेखो कि मैं पापी हाँ, हे दया करन वाले दयालु वाहिगुरु सतगुरु जी इन्नी क मेरे ते बख्शिश करो। उन्हां सिखां दे कारण मेरी भी तुहाडे चरनां नाल लिव लगी रहे। हे दया करन वाले दयालु वाहिगुरु जी मैनू पापी नूं भी तार देना करो। इस सिखां नूं मान दिता है, सन्मान दिता है, पर लोड़ है असीं वो गुरसिख बन जाइए। गुरमुखो गुरसिख बनना है तो गुरु दे मार्ग ते चलना पैना है। जिन्ना चिर असीं गुरु दे मार्ग ते नहीं चले उन्ना चिर असीं गुरसिख नहीं। गुरसिख वास्ते जरूरी है एक तो वो धन गुरु ग्रंथ साहिब दे लड़ लगा हुआ। सब तो पहला बचन कि श्री गुरु ग्रंथ साहिब तो बिना किसी होर दी मनता ना करे, पूजा ना करे। महाराज का हुक्म है, सब सिखण को हुक्म है गुरु मानियो ग्रंथ, ते दूजा खंडे बाटे दा अमृत छकिया होवे, तीजा नाम बाणी दा अभ्यासी होवे, चौथा सेवा करन दा आदि होवे, पंजवां निमरता भी होवे, हंकारी ना होवे। गुण तो बड़े गिण नहीं सकता मैं, तो केवल मुख जे गुण तुहाडे सन्मुख रखे है। जदों असीं इन्हां गुणां नूं धारण करांगे तां सानूं भी गुरु कोलों सन्मान मिलेगा। ऐसे गुरसिख सन अमर शहीद धन धन बाबा जीवन सिंह जी, जिन्हां तो भाई गुरदास जी ने अपना शरीर भी वारन वास्ते आख्या है। ऐसा जीवन उन्हां दा सी। सो उन्हां दी याद विच इह सालाना जोड़ मेला आपां मना रहे हैं। मैं तां ही विशा जिहड़ा गुरसिख दा रखिया है कि वह भी गुरसिख सन ते असीं भी गुरसिख बणीए। उन्हां वर्गे बनना तो बड़ी दूर की गल है। मैं कहना हुन्ना अरदास करिए कि उन्हां गुरमुखां दे उन्हां महापुरखां दे जीवन विचों किते एक किनका भी सानूं मिल जावे ते साडा पार उतारा हो जाएगा। सतगुरु जी कृपा करन, इतनी सेवा प्रवान करियो। समुचियां संगतां दा बहुत बहुत धन्यवाद है। इत्थों दे प्रबंधकां दा धन्यवाद है। सत्कारयोग ग्रंथी भाई हरी सिंह जी दस रहे सी कि कल उन्होंने कि तकरीबन हुण तक जदों दे इत्थे आए है 90 के करीब जिहड़े उन्होंने सहज पाठ कर लए ने, पर उन्होंने सहज पाठां की कोई भेटा नहीं लई किसी तो, उस सरबत के भले वास्ते। सो ये महाराज की बख्शिश है। सतगुरु जी होर कृपा करन। ये उन्हां दा भी भला ते सरबत का भी भला, ये उन्हां दे परिवार का भी भला है। क्योंकि बाणी पढ़न का फल जिहड़ा है वो बयान नहीं किया जा सकता। ये निष्काम सेवा वो कर रहे हैं। अरदास करते हैं गुरु साहब उन्होंने होर उद्यम बल बख्शिश करन। उन्हां दा धन्यवाद सत्कारयोग ज्ञानी देसा सिंह जी दलेर नामवर ढाडी जत्था बलटोए दा ही है। आप जी सारे जानते हो। स्टेज सकत्तर की भी वो सेवा बड़े प्यार नाल निभा रहे हैं। सो उन्हां दा धन्यवाद है। दास की इतनी हाज़री प्रवान करियो। कोटान कोट धन्यवाद साहिब श्री गुरु ग्रंथ साहिब जी का।
जत्थे बहुत ने, इस करके समा जिहड़ा बड़ा सीमित है। मैं अपने समय विच ही समाप्ति कर रहा। 2-4 मिनट उपर लै गया होवां तां खिमा मंगदा है। भुलां दी खिमा बख्शिओ। वाहिगुरू जी का खालसा, वाहिगुरू जी की फतेह।